Hello plus one students. Today we will start the third unit, that is the Newton's law of motion. आज ਅਸੀਂ third unit start ਕਰਾਂਗੇ Newton's law of motion. In the Newton's law of motion you will first discuss what is force. Force ਕੀ ਹੁੰਦਾ ਹੈ? Now Newton's third unit ਦੇ ਵਿੱਚ kinematics ਜਿਹਨੂੰ ਕਹਿ ਦਿਓ, ਜਿਹਦੇ ਵਿੱਚ ਅਸੀਂ dynamics, it is a dynamics, ਜਿਹਦੇ ਵਿੱਚ ਅਸੀਂ cause ਨੂੰ ਡਿਸਕਸ ਕਰਨਾ ਹੈ, ਜਿਹੜਾ ਕਿ ਮੋਸ਼ਨ ਨੂੰ ਜਿਹਦੇ ਕਰਕੇ ਮੋਸ਼ਨ ਜਿਹੜੀ ਹੈ ਕਿਸੇ ਵੀ ਬੋਡੀ ਦੇ ਵਿੱਚ ਮੋਸ਼ਨ ਹੁੰਦੀ ਹੈ। ਨਾ ਕਿਹੜਾ ਕਾਜ਼ ਹੈ ਜਿਹਦੇ ਕਰਕੇ ਬੋਡੀ ਦੇ ਵਿੱਚ ਮੋਸ਼ਨ ਹੁੰਦੀ ਹੈ? ਇਫ ਆ ਬੋਡੀ ਦੈਟ ਇਜ਼ ਐਟ ਅ ਰੈਸਟ ਪੋਜੀਸ਼ਨ, ਜਿੰਨੀ ਦੇਰ ਤੱਕ ਬੋਡੀ ਦੇ ਉੱਪਰ ਫੋਰਸ ਨਹੀਂ ਲੱਗੇਗਾ ਉਨੀ ਦੇਰ ਤੱਕ ਬੋਡੀ ਅੱਗੇ ਮੂਵ नहीं करेगी. So in dynamics we will study about the cause which causes the motion in a body. ਅਸੀਂ ਇਹਦੇ ਵਿੱਚ cause ਨੂੰ ਡਿਸਕਸ ਕਰਨਾ ਹੈ ਜਿਹੜਾ ਕਿ ਬੋਡੀ ਦੇ ਵਿੱਚ ਮੋਸ਼ਨ ਨੂੰ ਪ੍ਰੋਡਿਊਸ ਕਰਦਾ ਹੈ, and the cause which produces the motion in a body, that is the force. So ਕੀ ਹੈ? Force. Now first we will discuss what the definition of the force. Force ਕੀ ਹੈ? Now force is a push or a pull. एक push या pull है, ਧੱਕਾ ਜਾਂ ਖਿੱਚ। ਅਸੀਂ ਕਿਸੇ ਬੋਡੀ ਨੂੰ ਧੱਕਾ ਲਗਾਈਏ ਤਦ ਵੀ ਅਸੀਂ ਉਹਦੇ 'ਤੇ ਫੋਰਸ ਅਪਲਾਈ ਕਰ ਰਹੇ ਹਾਂ, ਅਸੀਂ ਕਿਸੇ ਬੋਡੀ ਨੂੰ ਖਿੱਚੀਏ ਆਪਣੇ ਵੱਲ ਖਿੱਚੀਏ ਤਦ ਵੀ ਅਸੀਂ ਉਹਦੇ ਉੱਪਰ ਫੋਰਸ ਅਪਲਾਈ ਕਰ ਰਹੇ ਹਾਂ, ਧੱਕਾ ਲਗਾਈਏ ਤਦ ਵੀ ਅਸੀਂ ਉਹਦੇ ਉੱਪਰ ਆਪਾਂ ਫੋਰਸ ਅਪਲਾਈ ਕਰ ਰਹੇ ਹਾਂ। ਸੋ ਫੋਰਸ ਇਜ਼ ਅ ਪੁਸ਼ ਔਰ ਅ ਪੁੱਲ, ਜਿਹਦੇ ਕਰਕੇ ਕਿ ਜਿਹੜੀ ਬੋਡੀ ਰੈਸਟ ਪੋਜੀਸ਼ਨ 'ਤੇ ਹੈ, ਮੂਵ ਨਹੀਂ ਕਰ ਰਹੀ, ਉਹ ਮੂਵ ਕਰਨਾ ਸ਼ੁਰੂ ਕਰ ਦਿੰਦੀ ਹੈ। ਜੇ ਕੋਈ ਬੋਡੀ ਮੂਵ ਕਰ ਰਹੀ ਹੈ ਅਤੇ ਉਹਦੇ ਉੱਪਰ ਅਸੀਂ ਇੱਧਰ ਨੂੰ ਫੋਰਸ ਲਗਾਇਆ ਅਤੇ ਉਹ ਰੁਕ ਜਾਏਗੀ, ਰੈਸਟ ਪੋਜੀਸ਼ਨ 'ਤੇ ਆ ਜਾਏਗੀ। ਅਤੇ ਜਿਹੜੀ ਬੋਡੀ ਸਿੱਧੀ ਜਾ ਰਹੀ ਹੈ ਅਤੇ ਉਹਦੇ ਉੱਪਰ ਅਗਰ ਅਸੀਂ ਇੱਧਰੋਂ ਦੀ ਫੋਰਸ ਲਗਾਵਾਂਗੇ ਤਾਂ ਉਹਦੀ ਡਾਇਰੈਕਸ਼ਨ ਚੇਂਜ ਹੋ ਜਾਏਗੀ। ਸੋ ਫੋਰਸ ਕੀ ਹੈ? ਫੋਰਸ ਇਜ਼ ਅ ਪੁਸ਼ ਔਰ ਅ ਪੁੱਲ। ਇਹ ਇੱਕ ਤਰ੍ਹਾਂ ਦਾ ਧੱਕਾ ਜਾਂ ਖਿੱਚ ਹੈ ਜਿਹਦੇ ਕਰਕੇ ਜਿਹੜੀ ਬੋਡੀ ਸਥਿਰ ਹੈ, ਰੈਸਟ ਪੋਜੀਸ਼ਨ 'ਤੇ ਹੈ, ਉਹ ਮੂਵ ਕਰਨਾ ਸ਼ੁਰੂ ਕਰ ਦਿੰਦੀ ਹੈ। ਜਿਹੜੀ ਬੋਡੀ ਮੂਵ ਕਰ ਰਹੀ ਹੈ ਉਹ ਰੁਕ ਜਾਂਦੀ ਹੈ, ਅਤੇ ਜਿਹੜੀ ਬੋਡੀ ਸਿੱਧੀ ਜਾ ਰਹੀ ਹੈ ਉਹਦੇ 'ਤੇ ਅਗਰ ਅਸੀਂ ਇਸ ਡਾਇਰੈਕਸ਼ਨ ਨੂੰ ਫੋਰਸ ਲਗਾਵਾਂਗੇ ਤਾਂ ਉਹਦੀ ਡਾਇਰੈਕਸ਼ਨ ਚੇਂਜ ਹੋ ਜਾਏਗੀ। ਸੋ ਦਿਸ ਇਜ਼ ਦਾ ਬੇਸਿਕ ਡੈਫੀਨੇਸ਼ਨ ਆਫ ਦਾ ਫੋਰਸ। ਫੋਰਸ ਕਰਕੇ ਹੀ ਬੋਡੀ ਮੂਵ ਕਰਦੀ ਹੈ, ਫੋਰਸ ਕਰਕੇ ਹੀ ਬੋਡੀ ਜਿਹੜੀ ਮੂਵ ਕਰ ਰਹੀ ਹੈ ਉਹ ਰੁਕ ਜਾਂਦੀ ਹੈ, ਅਤੇ ਫੋਰਸ ਕਰਕੇ ਹੀ ਜਿਹੜੀ ਬੋਡੀ ਸਿੱਧੀ ਜਾ ਰਹੀ ਹੈ ਉਹਦੀ ਡਾਇਰੈਕਸ਼ਨ ਚੇਂਜ ਹੋ ਜਾਂਦੀ ਹੈ। ਸੋ ਦਿਸ ਇਜ਼ ਦਾ ਡੈਫੀਨੇਸ਼ਨ ਆਫ ਦਾ ਫੋਰਸ। ਇਹ ਫੋਰਸ ਦੀ ਡੈਫੀਨੇਸ਼ਨ ਹੈ। ਜੇ ਕੋਈ ਬੋਡੀ ਰੈਸਟ ਪੋਜੀਸ਼ਨ 'ਤੇ ਹੈ ਉਹ ਓਨੀ ਦੇਰ ਆਪਣੀ ਇਹ ਪੋਜੀਸ਼ਨ ਨਹੀਂ ਚੇਂਜ ਕਰੇਗੀ ਜਿੰਨੀ ਦੇਰ ਤੱਕ ਉਹਦੇ ਫੋਰਸ ਲੱਗੇਗੀ। ਇਫ ਦਿਸ ਇਜ਼ ਅ ਬੋਡੀ, ਇਟ ਇਜ਼ ਐਟ ਦਾ ਰੈਸਟ ਪੋਜੀਸ਼ਨ, ਇਟ ਇਜ਼ ਨਾਟ ਮੂਵਿੰਗ, ਆਪਣੇ ਆਪ ਇਹ ਬੋਡੀ ਇੱਥੋਂ ਮੂਵ ਨਹੀਂ ਕਰ ਸਕਦੀ ਜਿੰਨੀ ਦੇਰ ਤੱਕ ਅਸੀਂ ਇਹਦੇ 'ਤੇ ਫੋਰਸ ਨਹੀਂ ਲਗਾਵਾਂਗੇ। ਇਟ ਵੋਂਟ ਮੂਵ ਇਟਸੈਲਫ, ਆਪਣੇ ਆਪ ਮੂਵ ਨਹੀਂ ਕਰੇਗੀ। ਇਹ ਕਿਦੋਂ ਮੂਵ ਕਰੇਗੀ? ਵੈਨ ਵੀ ਅਪਲਾਈ ਏ ਫੋਰਸ ਇਨ ਇਟਸੈਲਫ। ਕੋਈ ਬੋਡੀ ਬੋਲ ਹੈ ਜਿਵੇਂ, ਉਹ ਰਿੜੀ ਜਾ ਰਿਹਾ ਰਿੜੀ ਜਾ ਰਿਹਾ, ਫ੍ਰਿਕਸ਼ਨ ਕਰਕੇ ਉਹ ਰੁਕ ਤਾਂ ਜਾਂਦਾ ਹੈ, ਲੇਕਿਨ ਫ੍ਰਿਕਸ਼ਨ ਇਜ਼ ਆਲਸੋ ਏ ਟਾਈਪ ਆਫ ਅ ਫੋਰਸ। ਇੱਕ ਬੋਲ ਆਪਣੇ ਆਪ ਮੂਵ ਕਰੀ ਜਾ ਰਿਹਾ, ਜਿੰਨੀ ਦੇਰ ਅਸੀਂ ਉਸ ਬੋਲ ਨੂੰ ਰੋਕਾਂਗੇ ਨਹੀਂ ਓਨੀ ਦੇਰ ਉਹ ਆਪਣੇ ਆਪ ਨਹੀਂ ਰੁਕੇਗਾ। ਇੱਕ ਬੋਲ ਸਿੱਧਾ ਦਾ ਸਿੱਧਾ ਸਿੱਧਾ ਦਾ ਸਿੱਧਾ ਜਾਈ ਜਾ ਰਿਹਾ, ਜਿੰਨੀ ਦੇਰ ਤੱਕ ਉਹਦੇ ਉੱਪਰ ਫੋਰਸ ਲਗਾ ਕੇ ਉਹਦੀ ਡਾਇਰੈਕਸ਼ਨ ਅਸੀਂ ਖੁਦ ਚੇਂਜ ਨਹੀਂ ਕਰਾਂਗੇ ਉਹ ਕਦੀ ਵੀ ਚੇਂਜ ਨਹੀਂ ਹੋਏਗੀ। ਸੋ ਦਿਸ ਇਜ਼ ਦਾ ਬੇਸਿਕ ਚੀਜ਼ ਜਿਹੜੀ ਅਸੀਂ ਇਹਨਾਂ ਤਿੰਨਾਂ ਲੋਜ਼ ਦੇ ਵਿੱਚ ਪੜ੍ਹਨੀ ਹੈ। ਨਾ ਨੈਕਸਟ ਚੀਜ਼ ਜਿਹੜੀ ਅਸੀਂ ਇਸ ਚੈਪਟਰ ਦੇ ਵਿੱਚ ਪੜ੍ਹਨੀ ਹੈ, ਦੈਟ ਇਜ਼ ਵਟ ਇਜ਼ ਲੀਨੀਅਰ ਮੋਮੈਂਟਮ। ਲੀਨੀਅਰ ਮੋਮੈਂਟਮ ਕੀ ਹੁੰਦਾ? ਨਾਓ ਵੈਨ ਅ ਬੋਡੀ ਮੂਵਸ, product of mass and velocity is known as linear momentum। ਉਹਨੂੰ ਲੀਨੀਅਰ ਮੋਮੈਂਟਮ ਕਹੀ ਜਾਂਦਾ। ਇਹ ਪੀ ਦੇ ਨਾਲ ਡਿਨੋਟ ਹੁੰਦਾ, ਸਮੋਲ ਪੀ ਦੇ ਨਾਲ, ਮਾਸ ਇਨਟੂ ਵੈਲੋਸਿਟੀ, ਦੈਟ ਇਜ਼ ਦ ਲੀਨੀਅਰ ਮੋਮੈਂਟਮ। ਸੋ ਜ਼ਿਆਦਾਤਰ ਜਿਹੜਾ ਕਿਸੇ ਵੀ ਮੋਸ਼ਨ ਦੇ ਵਿੱਚ ਮੋਮੈਂਟਮ ਬਹੁਤ ਜ਼ਿਆਦਾ ਕੌਸ ਕਰਦਾ, ਕੋਲੀਜਨ ਦੇ ਵਿੱਚ ਮੋਮੈਂਟਮ ਦਾ ਰੋਲ ਬਹੁਤ ਜ਼ਿਆਦਾ ਕਿ ਅਸੀਂ ਮਾਸ ਅਤੇ ਵੈਲੋਸਿਟੀ ਦੋਨਾਂ ਨੂੰ ਮਲਟੀਪਲਾਈ ਕਰਕੇ ਅਸੀਂ ਉਹਦਾ ਇਫੈਕਟ ਜਿਹੜਾ ਹੈ ਉਸ ਬੋਡੀ ਦਾ ਦੇਖਦੇ ਹਾਂ। ਸਪੋਜ਼ ਇੱਕ ਸਾਈਕਲ ਹੈ, ਵੀ ਹੈਵ ਅ ਸਾਈਕਲ। ਨਾ ਸਾਈਕਲ ਦਾ ਮਾਸ ਘੱਟ ਹੈ ਅਤੇ ਉਹ ਇੱਕ ਪਰਟੀਕੂਲਰ ਵੈਲੋਸਿਟੀ ਨਾਲ ਮੂਵ ਕਰ ਰਿਹਾ, ਅਤੇ ਓਬਵੀਅਸਲੀ ਇਹਦਾ ਮੋਮੈਂਟਮ ਘੱਟ ਹੋਏਗਾ। ਉੱਧਰੋਂ ਦੀ ਇੱਕ ਟਰੱਕ ਹੈ, ਟਰੱਕ ਦਾ ਮਾਸ ਬਹੁਤ ਜ਼ਿਆਦਾ ਅਤੇ ਉਹਦੀ ਵੈਲੋਸਿਟੀ ਵੀ ਨੋਮੀਨਲ ਵੈਲੋਸਿਟੀ ਨਾਲ ਅਗਰ ਉਹ ਮੂਵ ਕਰ ਰਿਹਾ,
ਤੇ ਇਹਦਾ ਮੋਮੈਂਟਮ ਬਹੁਤ ਹੋਏਗਾ। ਜਦੋਂ ਇਹਨਾਂ ਦੋਨਾਂ ਦੇ ਵਿੱਚ ਕੋਲੀਜਨ ਹੋਏਗੀ, ਸਭ ਤੋਂ ਜ਼ਿਆਦਾ ਇੰਪੈਕਟ ਕਿਹਨੂੰ ਪਏਗਾ? ਸਾਈਕਲ ਵਾਲੇ ਨੂੰ, ਜਿਹਦਾ ਮੋਮੈਂਟਮ ਘੱਟ ਹੈ। ਸੋ ਅਸੀਂ ਓਵਰਆਲ ਇਹ ਦੋ ਚੀਜ਼ਾਂ ਜਿਹੜੀਆਂ ਮਾਸ ਅਤੇ ਵੈਲੋਸਿਟੀ ਨੂੰ ਇਕੱਠਾ ਕੰਸੀਡਰ ਕਰੀਦਾ ਟੂ ਫਾਈਂਡ ਆਊਟ ਦਾ ਇਫੈਕਟ caused by that body। ਹੁਣ ਅਗਰ ਅਸੀਂ ਬੁਲੇਟ ਦਾ ਇੱਕ ਐਗਜ਼ਾਮਪਲ ਲਈਏ, ਵੀ ਹੈਵ ਅ ਬੁਲੇਟ, ਅਗਰ ਅਸੀਂ ਬੁਲੇਟ ਦਾ ਐਗਜ਼ਾਮਪਲ ਲੈ ਲਈਏ, ਬੁਲੇਟ ਦਾ ਮਾਸ ਬਹੁਤ ਥੋੜ੍ਹਾ ਹੈ, ਲੇਕਿਨ ਬੁਲੇਟ ਦੀ ਵੈਲੋਸਿਟੀ ਇਜ਼ ਇਨਫਾਈਨਾਈਟ, ਬਹੁਤ ਜ਼ਿਆਦਾ ਹੈ, ਜਿਹਦੇ ਕਰਕੇ ਇੱਕ ਬੁਲੇਟ ਦਾ ਮੋਮੈਂਟਮ ਜਿਹੜਾ ਹੈ ਉਹ ਮੈਕਸੀਮਮ ਹੋ ਜਾਂਦਾ ਅਤੇ ਉਹ ਡਿਸਟਰੈਕਸ਼ਨ ਜਿਹੜੀ ਹੈ ਮੈਕਸੀਮਮ ਕਰਦੀ ਹੈ। ਕਿਉਂ? ਕਿਉਂਕਿ ਉਹਦਾ ਮੋਮੈਂਟਮ ਜ਼ਿਆਦਾ। ਮੋਮੈਂਟਮ ਕਿਹਦੇ ਕਰਕੇ ਜ਼ਿਆਦਾ ਵੈਲੋਸਿਟੀ ਕਰਕੇ। ਮਾਸ ਤਾਂ ਉਹਦਾ ਬਹੁਤ ਥੋੜ੍ਹਾ ਹੈ, ਵੈਰੀ ਲੈਸ ਮਾਸ, ਲੇਕਿਨ ਉਹਦਾ ਮੋਮੈਂਟਮ ਵੈਲੋਸਿਟੀ ਵੱਧ ਗਈ, ਜਿਹਦੇ ਕਰਕੇ ਉਹਦਾ ਟੋਟਲ ਇੰਪੈਕਟ ਜਿਹੜਾ ਹੈ ਮਾਸ ਅਤੇ ਵੈਲੋਸਿਟੀ ਦਾ ਵੱਧ ਗਿਆ ਔਰ ਉਹ ਜ਼ਿਆਦਾ ਨੁਕਸਾਨ ਜਾਂ ਇਫੈਕਟ ਪਹੁੰਚਾਉਂਦੀ ਹੈ। ਸੋ ਇਹਨਾਂ ਦੋਨਾਂ ਦਾ ਕੰਬਾਈਨਡ ਇਫੈਕਟ ਮਾਸ ਦਾ ਅਤੇ ਵੈਲੋਸਿਟੀ ਦਾ, ਉਹਨੂੰ ਅਸੀਂ ਮੋਮੈਂਟਮ ਕਹਿੰਦੇ ਹਾਂ। ਸੋ ਕਿਸੇ ਭਾਰੀ ਚੀਜ਼ ਨੂੰ ਅਗਰ ਅਸੀਂ ਚੁੱਕ ਕੇ ਕਿਸੇ ਦੇ ਉੱਪਰ ਮਾਰੀਏ ਅਤੇ ਓਬਵੀਅਸਲੀ ਉਹ ਇਫੈਕਟ ਜ਼ਿਆਦਾ ਪਹੁੰਚਾਏਗੀ ਐਜ਼ ਕੰਪੇਅਰ ਟੂ ਅਸੀਂ ਹਲਕੀ ਚੀਜ਼ ਨੂੰ ਕਿਸੇ ਉੱਪਰ ਮਾਰਾਂਗੇ। ਸੋ ਇਹਨਾਂ ਦੋਨਾਂ ਦਾ ਟੋਟਲ ਇਫੈਕਟ ਕਿਸੇ ਚੀਜ਼ ਦੇ ਉੱਪਰ ਪੈਣਾ, ਉਹਨੂੰ ਅਸੀਂ ਮੋਮੈਂਟਮ ਕਹਿੰਦੇ ਹਾਂ। ਸੋ ਮੋਮੈਂਟਮ ਦੇ ਯੂਨਿਟਸ ਹੁੰਦੇ ਨੇ, ਦੈਟ ਇਜ਼ ਇਕੁਅਲਸ ਟੂ ਕਿਲੋਗ੍ਰਾਮ ਮੀਟਰ ਪਰ ਸੈਕਿੰਡ, ਔਰ ਇਹਦੇ ਡਾਇਮੈਂਸ਼ਨਸ ਹੋਣਗੇ m1 l1 t -1 ਦੇ ਬਰਾਬਰ। ਸੋ ਮੋਮੈਂਟਮ ਇਹਦੇ ਵਿੱਚ ਮੋਸਟਲੀ ਅਸੀਂ ਡਿਸਕਸ ਕਰਦੇ ਹਾਂ। ਨਾਓ ਨੈਕਸਟ ਕਮਸ ਦਾ ਵਟ ਇਜ਼ ਦਾ ਨਿਊਟਨਸ ਫਸਟ ਲਾਅ। ਨਿਊਟਨਸ ਫਸਟ ਲਾਅ ਕੀ ਹੈ? ਨਿਊਟਨਸ ਫਸਟ ਲਾਅ ਇੱਕ ਤਰ੍ਹਾਂ ਦੇ ਨਾਲ ਸਾਨੂੰ ਫੋਰਸ ਦੀ ਡੈਫੀਨੇਸ਼ਨ ਦਿੰਦਾ। ਵਟ ਇਜ਼ ਨਿਊਟਨਸ ਫਸਟ ਲਾਅ? ਨਿਊਟਨਸ ਫਸਟ ਲਾਅ ਕੀ ਹੈ? ਨਿਊਟਨ ਫਸਟ ਲਾਅ ਸਾਨੂੰ ਇੱਕ ਤਰ੍ਹਾਂ ਨਾਲ ਫੋਰਸ ਦੀ ਡੈਫੀਨੇਸ਼ਨ ਦਿੰਦਾ। ਉਹੀਓ ਜੋ ਅਸੀਂ ਫੋਰਸ ਦੀ ਡੈਫੀਨੇਸ਼ਨ ਦੇ ਵਿੱਚ ਡਿਸਕਸ ਕੀਤਾ, ਸੇਮ ਚੀਜ਼ ਅਸੀਂ ਨਿਊਟਨ ਲਾਅ ਦੇ ਵਿੱਚ ਡਿਸਕਸ ਕਰਾਂਗੇ। ਦੈਟ ਇਜ਼ ਕਿ ਅਗਰ ਕੋਈ ਬੋਡੀ ਰੈਸਟ ਪੋਜੀਸ਼ਨ 'ਤੇ ਹੈ ਅਤੇ ਉਹ ਓਨੀ ਦੇਰ ਤੱਕ ਰੈਸਟ ਪੋਜੀਸ਼ਨ 'ਤੇ ਹੀ ਰਹੇਗੀ ਜਿੰਨੀ ਦੇਰ ਤੱਕ ਅਸੀਂ ਉਹਦੇ ਉੱਪਰ ਫੋਰਸ ਨਹੀਂ ਲਗਾਵਾਂਗੇ। ਮਤਲਬ ਕੋਈ ਵੀ ਬੋਡੀ ਜਿਹੜੀ ਰੈਸਟ ਪੋਜੀਸ਼ਨ 'ਤੇ ਹੈ ਉਨੀ ਦੇਰ ਤੱਕ ਉਹ ਮੂਵਿੰਗ ਪੋਜੀਸ਼ਨ 'ਤੇ ਨਹੀਂ ਆਏਗੀ ਜਿੰਨੀ ਦੇਰ ਤੱਕ ਅਸੀਂ ਉਹਦੇ ਉੱਪਰ ਫੋਰਸ ਨਹੀਂ ਲਗਾਵਾਂਗੇ। ਅਤੇ ਅਗਰ ਕੋਈ ਬੋਡੀ ਮੂਵ ਕਰ ਰਹੀ ਹੈ ਐਂਡ ਵੀ ਵਾਂਟ ਟੂ ਸਟੋਪ ਇਟ, ਅਤੇ ਅਸੀਂ ਉਹਨੂੰ ਰੋਕਣਾ ਚਾਹੁੰਦੇ ਹਾਂ, ਅਤੇ ਅਸੀਂ ਜਿੰਨੀ ਦੇਰ ਤੱਕ ਉਹਦੇ 'ਤੇ ਆਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਫੋਰਸ ਨਹੀਂ ਲਗਾਵਾਂਗੇ ਓਨੀ ਦੇਰ ਤੱਕ ਉਹ ਬੋਡੀ ਰੁਕੇਗੀ ਨਹੀਂ। ਅਤੇ ਕੋਈ ਬੋਡੀ ਅਗਰ ਸਟ੍ਰੇਟ ਲਾਈਨ ਸਿੱਧੀ ਚੱਲੀ ਜਾ ਰਹੀ ਹੈ ਅਤੇ ਅਸੀਂ ਉਹਦੀ ਡਾਇਰੈਕਸ਼ਨ ਵੀ ਵਾਂਟ ਟੂ ਚੇਂਜ ਇਟਸ ਡਾਇਰੈਕਸ਼ਨ, ਅਸੀਂ ਉਹਦੀ ਡਾਇਰੈਕਸ਼ਨ ਚੇਂਜ ਕਰਨਾ ਚਾਹੁੰਦੇ, ਅਤੇ ਓਨੀ ਦੇਰ ਤੱਕ ਉਹਦੀ ਡਾਇਰੈਕਸ਼ਨ ਚੇਂਜ ਨਹੀਂ ਹੋਏਗੀ ਜਿੰਨੀ ਦੇਰ ਤੱਕ ਅਸੀਂ ਉਹਦੇ ਉੱਤੇ ਫੋਰਸ ਨਹੀਂ ਲਗਾਵਾਂਗੇ। ਅਸੀਂ ਉੱਤੇ ਫੋਰਸ ਲਾਵਾਂਗੇ ਅਤੇ ਉਹਦੀ ਡਾਇਰੈਕਸ਼ਨ ਆਟੋਮੈਟਿਕਲੀ ਫੋਰਸ ਦੀ ਡਾਇਰੈਕਸ਼ਨ ਦੇ ਵਿੱਚ ਚੇਂਜ ਹੋ ਜਾਏਗੀ। ਸੋ ਵੀ ਹੈਵ ਟੂ ਅਪਲਾਈ ਦਾ ਫੋਰਸ on it to change the direction of the body ਦੀ ਡਾਇਰੈਕਸ਼ਨ ਨੂੰ ਚੇਂਜ ਕਰਨ ਵਾਸਤੇ। ਐਂਡ ਦਿਸ ਇਜ਼ ਦਾ ਫਸਟ ਲਾਅ ਆਫ ਦਾ ਨਿਊਟਨ, ਔਰ ਇਹ ਨਿਊਟਨ ਦਾ ਫਸਟ law. Now first law of Newton defines the force ਦੀ definition ਦਿੰਦਾ। ਦੂਸਰਾ it also defines the inertia ਦੀ definition ਵੀ ਸਾਨੂੰ ਫਸਟ ਲਾਅ ਤੋਂ ਹੀ ਮਿਲਦੀ ਹੈ। Now what is inertia? Inertia ਕੀ ਹੈ? Now inertia is the inability of the body. It is the inability of a body to change its state of rest, motion or direction itself। मतलब कि कोई भी बॉडी अपने आप अपनी रैस्ट पोजीशन दा ते वो मोशन च नहीं आ सकती, मोशन च ते रैस्ट च नहीं आ सकती, सीधी जा रही है तो अपने आप अपनी डायरैक्शन चेंज नहीं कर सकती। सो दिस इज़ नोन एज द inertia, ਉਹਨੂੰ ਅਸੀਂ inertia ਕਹਿੰਦੇ ਹਾਂ। सो it is what the inability of the body to change its state of rest, state of motion or the direction itself। कोई भी बॉडी अपने आप अपनी रेस्ट पोजीशन, अपनी मूविंग पोजीशन ते अपनी डायरैक्शन अपने आप चेंज
ਨਹੀਂ ਕਰ ਸਕਦੀ, ਦੈਟ ਇਜ਼ ਨੋਨ ਐਜ਼ ਦ ਅਨਰਸ਼ੀਆ। ਅਨਰਸ਼ੀਆ ਇੱਕ ਤਰ੍ਹਾਂ ਨਾਲ ਇਟ ਇਜ਼ ਕੰਪੈਰੇਬਲ ਟੂ ਮਾਸ, ਮਾਈਅਰ ਆਫ ਦਾ ਮਾਸ। ਅਨਰਸ਼ੀਆ ਇਜ਼ ਅ ਮਾਈਅਰ ਆਫ ਮਾਸ, ਮਾਸ ਦਾ ਮਾਈਅਰ ਹੈ ਕਿ ਅਗਰ ਬੋਡੀ ਦਾ ਮਾਸ ਘੱਟ ਹੈ ਅਤੇ ਉਹਦੀ ਪੋਜੀਸ਼ਨ ਜਾਂ ਉਹਦੀ ਜੋ ਸਟੇਟ ਹੈ ਉਹਨੂੰ ਚੇਂਜ ਕਰਨ ਵਾਸਤੇ ਸਾਨੂੰ ਘੱਟ ਫੋਰਸ ਲਗਾਉਣਾ ਪਏਗਾ, ਠੀਕ ਹੈ। ਔਰ ਅਗਰ ਬੋਡੀ ਦਾ ਮਾਸ ਜ਼ਿਆਦਾ ਹੈ ਅਤੇ ਉਹਦੀ ਸਟੇਟ ਨੂੰ ਚੇਂਜ ਕਰਨ ਵਾਸਤੇ ਸਾਨੂੰ ਜ਼ਿਆਦਾ ਫੋਰਸ ਲਗਾਉਣਾ ਪਏਗਾ। ਮਤਲਬ ਜ਼ਿਆਦਾ ਮਾਸ ਵਾਲੀ ਬੋਡੀ ਹੋਵੇ, ਘੱਟ ਮਾਸ ਵਾਲੀ ਬੋਡੀ ਹੋਵੇ। ਜੇ ਘੱਟ ਮਾਸ ਵਾਲੀ ਬੋਡੀ ਹੈ ਅਤੇ ਇਹਦਾ ਇਨਰਸ਼ੀਆ ਘੱਟ ਹੈ, ਇਹਦਾ ਇਨਰਸ਼ੀਆ ਘੱਟ ਹੈ, ਅਤੇ ਜੇ ਜ਼ਿਆਦਾ ਮਾਸ ਵਾਲੀ ਬੋਡੀ ਹੈ ਤਾਂ ਇਹਦਾ ਮਤਲਬ ਇਹਦਾ ਇਨਰਸ਼ੀਆ ਜ਼ਿਆਦਾ। ਇਹਦਾ ਇਨਰਸ਼ੀਆ ਨੂੰ ਚੇਂਜ ਕਰਨ ਵਾਸਤੇ ਸਾਨੂੰ ਜ਼ਿਆਦਾ ਫੋਰਸ ਲਗਾਉਣਾ ਪਏਗਾ, ਇਹਨੂੰ ਚੇਂਜ ਕਰਨ ਵਾਸਤੇ ਸਾਨੂੰ ਘੱਟ ਫੋਰਸ ਲਗਾਉਣਾ ਪਏਗਾ। ਜਿਹਦਾ ਮਾਸ ਘੱਟ ਹੈ ਉਹਨੂੰ ਮੂਵ ਕਰਨ ਵਾਸਤੇ ਘੱਟ ਫੋਰਸ ਲਗਾਉਣਾ ਪਏਗਾ, ਅਤੇ ਜਿਹਦਾ ਮਾਸ ਜ਼ਿਆਦਾ ਉਹਨੂੰ ਮੂਵ ਕਰਨ ਵਾਸਤੇ ਜ਼ਿਆਦਾ ਫੋਰਸ ਲਗਾਉਣਾ ਪਏਗਾ। ਇਟ ਮੀਨਸ ਇਸ ਬੋਡੀ ਦਾ ਇਨਰਸ਼ੀਆ